ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਗਤ ਕਬੀਰ ਜੀਓ ਕੇ। ਸ਼ਲੋਕ 25ਵਾਂ। ਕਬੀਰ ਜਗ ਕਾਜਰ ਕੀ ਕੋਠਰੀ, ਅੰਧ ਪਰੇ ਤਿਸ ਮਾਹੇ। ਹਉ ਬਲਿਹਾਰੀ ਤਿनको, ਪੈਸ ਜੋ ਨਿਕਸ ਜਾਹੇ। कबीर जग काजल की कोठरी, अंध परे तिस माहे। हौं बलिहारी तिनको, पैस जो निकस जाए। सतगुरु भगत कबीर जी संसार ਨੂੰ ਸਮਝਾ ਰਹੇ ਨੇ। ਇਹ ਜੱਗ ਜਿਹੜਾ ਅਸੀਂ ਦੇਖਦੇ ਹਾਂ, ਸੰਸਾਰ ਇਹ ਨੇਰੇ ਦੀ ਕੋਠੜੀ ਹੈ। ਸਾਰੇ ਜੀਵ ਅਸੀਂ ਇੱਥੇ ਫਸੇ ਹੋਏ ਹਾਂ। ਮੋਹ ਮਾਇਆ ਦਾ ਜਾਲ ਜਿਹੜਾ ਸਾਨੂੰ ਪੈ ਗਿਆ, ਇਹ ਕੱਟਣਾ ਸੀ, ਅਸੀਂ ਹੋਰ ਵਧਾ ਰਹੇ ਹਾਂ। ਮੇਰਿਓ ਮੇਰਿਓ ਕਹਿਤ ਹਿਤ ਸੋਂ ਵਧਾਇਓ ਚੀਤ, ਅੰਤ ਕਾਲ ਕੋ ਸੰਗੀ ਨਹੀਂ। ਇਹ ਅਚਰਜ ਹੈ ਰੀਤ। ਨੌਵੇਂ ਪਾਤਸ਼ਾਹ ਸਮਝਾਉਂਦੇ ਨੇ। ਪਰ ਫਿਰ ਵੀ ਅਸੀਂ ਮੇਰਾ ਮੇਰਾ ਕਰਕੇ ਮੋਹ ਦੇ ਸੰਗਲ ਪਾਈ ਜਾਂਦੇ ਹਾਂ। ਜੇ ਸਤਿਗੁਰਾਂ ਦੇ ਵਚਨ ਲਈਏ ਸੁਖਮਨੀ ਸਾਹਿਬ ਦੇ, ਅੰਧਕੂਪ ਮੈਂ ਪਤਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਇਹ ਦਿਆਲੂ ਕਿਰਪਾ ਕਰਕੇ ਕੱਢ ਲੈ। ਇਹ ਹਨੇਰੇ ਦਾ ਖੂਹ ਹੈ। ਵਿਕਰਾਲ ਤੋਂ ਭਾਵ ਵਿਕਾਰਾਂ ਦਾ ਰੌਲਾ ਪੈ ਰਿਹਾ। ਲੋਭ ਮੋਹ ਪੰਜੇ ਵਿਕਾਰ ਰੌਲਾ ਪਾ ਰਹੇ ਨੇ। ਮਾਇਆ ਘਟ ਜਾਂਦੀ ਹੈ, ਲੋਭ ਰੌਲਾ ਪਾਉਂਦਾ। ਕੋਈ ਬੁਰਾ ਭਲਾ ਕਹਿੰਦਾ, ਕ੍ਰੋਧ ਆ ਜਾਂਦਾ ਵਾ। ਮੋਹ ਅੱਡ ਸਤਾਉਂਦਾ ਹੈ। ਇਹ ਪੰਜੇ ਹੀ ਸਾਨੂੰ ਇਹ ਹਨੇਰੇ ਦੇ ਖੂਹ 'ਚ ਰੱਖਦੇ ਨੇ। ਇਹ ਤੋਂ ਕਿਵੇਂ ਛੁਟਕਾਰਾ ਹੋਵੇ ਸਾਡਾ? ਉਹੀ ਭਗਤ ਕਬੀਰ ਜੀ ਸਮਝਾ ਰਹੇ ਨੇ। ਕਬੀਰ ਜਗ ਕਾਜਰ ਕੀ ਕੋਠੜੀ, ਇਹ ਕੋਠੜੀ ਹੈ ਹਨੇਰੇ ਦੀ। ਭਗਤ ਜੀ ਤਾਂ ਸਮਝਾਉਂਦੇ ਆ, ਭਾਈ ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿनको। ਕਿਹਨਾਂ ਨੂੰ ਬਲਿਹਾਰੀ? ਭਗਤ ਜੀ ਜਾਣਦੇ ਨੇ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਦੇ ਨੇ, ਬਾਣੀ ਨੂੰ ਸਤ ਕਰਕੇ ਮੰਨਦੇ ਨੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਉਹਨਾਂ ਤੋਂ ਬਲਿਹਾਰੀ ਜਾਣਾ ਮੈਂ। ਭਗਤ ਕਬੀਰ ਜੀ ਕਹਿੰਦੇ, ਪੈਸ ਤੋਂ ਭਾਵ ਜਿਹੜੇ ਨੀਵੇਂ ਹੋ ਕੇ ਨਿਕਲ ਜਾਂਦੇ ਨੇ। ਮਨ ਹੰਕਾਰ ਦਾ ਰੂਪ ਹੈ, ਨੀਵਾਂ ਨਹੀਂ ਹੋਣਾ ਚਾਹੁੰਦਾ। ਸਾਰੇ ਸੰਸਾਰ ਦੀ ਵੱਡਾ ਬਣਨ ਦੀ ਰੇਸ ਲੱਗੀ ਹੋਈ ਹੈ। ਕਬੀਰ ਬਾਂਸ ਪੜਾਈ ਬੂਡਿਆ, ਇਉਂ ਮਤ ਬੂਡੋ ਕੋਈ, ਚੰਦਨ ਕੇ ਨਿਕਟੇ ਬਾਂਸ ਬਸੇ, ਬਾਂਸ ਸੁਗੰਧ ਨਾ ਹੋਏ। ਜਿਵੇਂ ਚੰਦਨ ਕੋਲ ਦੀ ਬਾਂਸ ਨਿਕਲ ਜਾਂਦਾ, ਐਵੇਂ ਮਨ ਸਭ ਤੋਂ ਵੱਡਾ ਬਣਨਾ ਚਾਹੁੰਦਾ। ਵੱਡੇ ਵੱਡੇ ਰੁਤਬੇ, ਉੱਚੀਆਂ ਪਦਵੀਆਂ ਸੰਸਾਰ 'ਚ ਪ੍ਰਾਪਤ ਕਰ ਲੈਂਦਾ। ਜਦੋਂ ਕਾਲ ਦੀ ਚਪੇਟ ਪੈਂਦੀ ਹੈ, ਫਿਰ ਰੋਂਦਾ ਇਹ। ਕਹੋ ਕਬੀਰ ਤਬ ਹੀ ਨਰ ਜਾਗੈ, ਜਬ ਜਮ ਕਾ ਡੰਡ ਮੂੜ ਮੇ ਲਾਗੇ। ਜਦੋਂ ਜਮ ਠਾਲਦੇ ਆ, ਫਿਰ ਇੰਦੂਈ ਜੂਨੀ ਪਾਇਆ ਜਾਂਦਾ ਹੈ। ਕਾਲ ਆ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਫਿਰ ਪਛਤਾਉਂਦਾ। ਫਿਰ ਪਛਤਾਏ ਦਾ ਕੀ ਫਾਇਦਾ ਵਾ? ਰਾਮ ਸਿਮਰ ਰਾਮ ਸਿਮਰ ਰਾਮ ਸਿਮਰ, ਮੂੜੇ ਪਛਤਾਵੇਗਾ। ਪਛਤਾਉਣਾ ਪਊ ਭਾਈ ਸਾਨੂੰ ਇੱਕ ਦਿਨ। ਕਿਉਂ ਨਾ ਅਸੀਂ ਪਹਿਲਾਂ ਹੀ ਤਿਆਰੀ ਕਰੀਏ ਨੀਵੇਂ ਹੋ ਕੇ, ਜਿਵੇਂ ਭਗਤ ਕਬੀਰ ਜੀ ਸਮਝਾ ਰਹੇ ਨੇ। ਹਉ ਬਲਿਹਾਰੀ ਤਿनको, ਪੈਸ ਜੋ ਨਿਕਸ ਜਾਏ। ਉਹ ਨਿਕਲ ਜਾਂਦੇ ਨੇ ਇੱਥੋਂ ਸੰਸਾਰ ਸਾਗਰ 'ਚੋਂ, ਦੁੱਖਾਂ ਦੇ ਸਾਗਰ 'ਚੋਂ, ਦੁੱਖ ਸਾਗਰ 'ਚੋਂ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਦੁੱਖ ਸਾਗਰ 'ਚੋਂ ਬਾਣੀ ਸਾਨੂੰ ਕੱਢ ਕੇ ਸੁਖ ਸਾਗਰ ਲੈ ਜਾਂਦੇ ਆ। ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਸਾਡਾ ਤਾਂ ਇੱਥੋਂ ਹੀ ਨਹੀਂ ਖਹਿੜਾ ਸੁੱਟਿਆ ਹਲੇ। ਸੰਸਾਰ 'ਚੋਂ ਮ੍ਰਿਤ ਲੋਕ 'ਚ ਬੈਠੇ ਹਾਂ ਅਸੀਂ। ਇੱਥੇ ਹੀ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠੇ ਹਾਂ, ਬੜੇ ਬੜੇ ਰੁਤਬੇ ਲਿਖੀ ਬੈਠੇ ਹਾਂ। ਬ੍ਰਹਮ ਗਿਆਨੀ ਵੀ ਬਣ ਜਾਂਦਾ ਆਪ ਹੀ। ਇਹ ਸਤਿਗੁਰ ਵੀ ਆਪ ਹੀ ਬਣ ਜਾਂਦਾ, ਗੁਰੂ ਬਣਿਆ ਬੈਠਾ ਵਾ।
ਇਹਨੂੰ ਪਤਾ ਨਹੀਂ ਨਾ ਹੈਗਾ। ਕਾਲ ਆ, ਉਹੀ ਤਾਂ ਕਾਲ ਹੈ ਇਹਦੇ ਸਿਰ ਤੇ। ਜਦ ਚੌਪਈ ਸਾਹਿਬ ਸਤਿਗੁਰਾਂ ਦੇ ਵਚਨ ਲਈਏ ਆਪਾਂ, ਸਗਲ ਕਾਲ ਕਾ ਕੀਆ ਤਮਾਸ਼ਾ, ਜੋ ਤੁਸੀਂ ਦੇਖਦੇ ਹੋ ਭਾਈ ਸਾਰਾ ਕੁਛ ਇਹ ਕਾਲ ਦੇ ਵਸ ਹੈ, ਕਾਲ ਦਾ ਤਮਾਸ਼ਾ ਹੈ। ਤੂੰ ਕੌਣ ਬਚਾਊ ਸਾਨੂੰ ਇਥੋਂ? ਗੁਰਸ਼ਬਦ, ਗੁਰੂ, ਗੁਰਸ਼ਬਦ ਦਾ ਗਿਆਨ, ਪਾਰ ਪਾਰ ਪ੍ਰੀਤਮ ਗੁਰਸ਼ਬਦ ਲੰਘਾਵੈ, ਐਸੇ ਗੁਰ ਕੋ ਵਲ ਵਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਹ ਬਾਣੀ ਸਾਨੂੰ ਮੁਕਤ ਕਰਦੀ ਹੈ ਗਿਆਨ ਦੇ ਕੇ ਸੰਸਾਰ ਚੋਂ। ਦੋ ਪਦਾਰਥਾਂ ਦੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ, ਤੀ ਨਾਮ ਦੀ ਭਗਤੀ ਲਾਉਂਦੀ ਹੈ, ਚੌਥਾ ਇਹਦਾ ਜਨਮ ਹੁੰਦਾ, ਸੱਚਖੰਡ ਚਲੇ ਜਾਂਦਾ, ਪਰ ਇੱਥੇ ਸਾਰਾ ਕੁਛ ਭਾਲੀ ਜਾਂਦਾ, ਆਪ ਹੀ ਇਹ ਸਾਰੇ ਰੁਤਬੇ ਪ੍ਰਾਪਤ ਕਰੀ ਬੈਠਾ ਹੈ। ਪਰ ਜਦੋਂ ਕਾਲ ਆਉਂਦਾ ਫਿਰ ਪਛਤਾਉਂਦਾ, ਜਦੋਂ ਸਮਾਂ ਨਿਕਲ ਜਾਂਦਾ ਵਾ। ਉਹ ਵੀ ਸਤਿਗੁਰ ਸਮਝਾਉਂਦੇ ਨੇ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤਿਨ ਕੋ, ਪੈਸ ਜੋ ਨਿਕਸ ਜਾਏ। ਭਗਤ ਜੀ ਸਮਝਾਉਂਦੇ ਆ, ਭਾਈ ਮੈਂ ਉਹਨਾਂ ਤੋਂ ਬਲਿਹਾਰੀ ਜਾਣਾ ਜਿਹੜੇ ਸਤਿਗੁਰਾਂ ਦੇ ਵਚਨ ਨੂੰ ਸੱਤ ਕਰਕੇ ਮੰਨ ਲੈਂਦੇ ਨੇ ਔਰ ਇੱਥੋਂ ਨਿਕਲ ਜਾਂਦੇ ਨੇ। ਆਓ ਆਪਾਂ ਵੀ ਗੁਰੂ ਸ਼ਬਦ ਦੇ ਗਿਆਨ ਲੈ ਕੇ ਪਾਰ ਪਾਰ ਪ੍ਰੀਤਮ ਗੁਰਸ਼ਬਦ ਲੰਘਾਵੇ, ਆਪਾਂ ਵੀ ਕਿਰਪਾ ਲਈਏ ਉਹ ਦਾਤੇ ਦੀ, ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ। ਆਓ ਆਪਾਂ ਸਤਿਗੁਰਾਂ ਦੇ ਵਚਨ ਲਈਏ। ਭਗਤ ਜੀ ਤੋਂ ਬਾਅਦ ਭੈਰੋ ਮਹੱਲਾ ਪੰਜਵਾਂ। ਗੁਰ ਮਿਲ ਤਿਆਗਿਓ ਦੂਜਾ ਪਾਓ, ਗੁਰਮੁਖ ਜਪਿਓ ਹਰ ਕਾ ਨਾਉ। ਪੰਚਮ ਪਾਤਸ਼ਾਹ ਸਿੱਖ ਸੰਗਤ ਨੂੰ ਸਮਝਾ ਰਹੇ ਆ, ਭਾਈ ਗੁਰਸ਼ਬਦ ਦਾ ਗਿਆਨ ਲਓ। ਸੰਸਾਰੀ ਜਿਹੜੀਆਂ ਸਾਡੇ ਅੰਦਰ ਇੱਛਾ ਪੈਦਾ ਹੋ ਰਹੀਆਂ, ਇਹਦਾ ਤਿਆਗ ਕਰੋ ਵੱਡਾ ਬਣਨ ਦੀਆਂ। ਇਹ ਤਾਂ ਸਮਾਂ ਨੇੜੇ ਆ ਰਿਹਾ, ਔਧ ਕਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾਜ ਸਵਾਰੇ। ਗੁਰ ਕਾਜ ਤੋਂ ਭਾਵ ਗੁਰਸ਼ਬਦ ਦੇ ਗਿਆਨ ਨਾਲ ਸਾਡਾ ਇਹ ਕਾਜ ਸਵਾਰਿਆ ਜਾਣਾ। ਆਤਮਾ ਨੇ ਪ੍ਰਾਤਮਾ 'ਚ ਲੈ ਹੋਣਾ, ਅਸੀਂ ਸਰੀਰ ਦੀ ਗਤੀ ਕਰਦੇ ਹਾਂ, ਗਤੀ ਆਤਮਾ ਦੀ ਹੋਣੀ ਹੈ। ਸਤਿਗੁਰੂ ਸਮਝਾ ਰਹੇ ਨੇ, ਗੁਰਮਿਲ ਤਿਆਗਿਓ ਦੂਜਾ ਭਾਉ। ਦੂਜਾ ਭਾਉ ਦਾ ਭਾਵ ਦੂਜਾ ਪ੍ਰੇਮ, ਸੰਸਾਰ ਨਾਲ ਜਿਹੜਾ ਅਸੀਂ ਪਾ ਲਿਆ, ਉਹ ਮੋਹ ਦਾ ਜਾਲ ਕਿਵੇਂ ਛੁੱਟੇ ਸਾਡਾ, ਉਹਦਾ ਛੁਟਕਾਰਾ ਕਿਵੇਂ ਹੋਵੇ। ਜਦੋਂ ਜਨਮ ਲੈਂਦੀ ਹੈ ਜੀਵ ਆਤਮਾ, ਅੱਖਾਂ ਖੁੱਲ੍ਹ ਜਾਂਦੀਆਂ ਨੇ, ਕੰਨ ਸੁਣਨ ਲੱਗ ਜਾਂਦੇ ਨੇ, ਫਿਰ ਸੰਸਾਰ ਨਾਲ ਸਾਡਾ ਮੋਹ ਪੈ ਜਾਂਦਾ ਵਾ। ਲੈ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਆਪ ਦਾ ਖੇਲ ਵਰਤਾ ਦਿੰਦੀ ਹੈ, ਆਤਮਾ ਪ੍ਰਾਤਮਾ ਆਪਦੇ ਮੂਲ ਨੂੰ ਭੁੱਲ ਜਾਂਦੀ ਹੈ। ਹਰ ਨੂੰ ਹਰ ਬਿਸਰਤ ਸਦਾ ਖੁਆਰੀ, ਇਹਦੀ ਖੁਆਰੀ ਸ਼ੁਰੂ ਹੋ ਜਾਂਦੀ, ਇਹਨੂੰ ਪਤਾ ਹੀ ਨਹੀਂ ਲੱਗਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ ਜਦ ਨੂੰ ਸਮਾਂ ਆ ਜਾਂਦਾ। ਉਹੀ ਭਗਤ ਜੀ ਨੇ ਸਮਝਾਇਆ ਆਪਾਂ ਨੂੰ, ਜਗ ਕਾਜਰ ਕੀ ਕੋਠਰੀ ਹੋਈ। ਸਤਿਗੁਰ ਸਮਝਾ ਰਹੇ ਨੇ, ਗੁਰ ਮਿਲ ਤਿਆਗਿਓ ਦੂਜਾ ਭਾਉ। ਦੂਜਾ ਭਾਉ ਇਹ ਭਾਈ ਤਿਆਗ ਕਰਨਾ ਹੈ, ਜੋ ਦਿੱਤਾ ਕੁਦਰਤ ਨੇ ਉਹਨੂੰ ਸੱਤ ਕਰਕੇ ਮੰਨਣਾ। ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਨਾ, ਹਰ ਸੋਗ ਤੇ ਰਹੇ ਨਿਆਰਾ, ਤਿਨ ਜਗ ਤਤ ਪਛਾਣੈ। ਜਗ ਨੂੰ ਸਮਝਣਾ ਵਾ, ਵੇਖਣਾ ਵਾ ਦ੍ਰਿਵ ਦ੍ਰਿਸ਼ਟੀ ਨਾਲ। ਅੱਖਾਂ ਨਾਲ ਅਸੀਂ ਵੇਖਦੀਆਂ, ਅੱਖਾਂ ਤਾਂ ਰੱਜਦੀਆਂ ਨਹੀਂ, ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਜੇ। ਤਮਾਸ਼ੇ ਇਹ ਨਹੀਂ ਰੱਜਦੀਆਂ ਭਾਈ, ਨਾ ਅੱਜ ਤੱਕ ਕਿਸੇ ਦੀਆਂ ਰੱਜੀਆਂ, ਨਾ ਅੱਜ ਤੱਕ ਕਿਸੇ ਦੀ ਇੱਛਾ ਪੂਰੀਆਂ ਹੋਈਆਂ ਨੇ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ, ਪਰ ਇਹ ਭੁੱਖ ਨਹੀਂ ਲੈਂਦੀ, ਭੁੱਖ ਨਾਮ ਦੀ ਹੈ। ਅਸੀਂ ਇੱਥੇ ਮਾਇਆ ਨਾਲ ਜੋੜ ਲਈ, ਸਰੀਰ ਦੀ ਲੋੜ ਆ ਉਹ ਆਤਮਾ ਨਾਲ ਜੋੜ ਲਈ, ਅਸੀਂ ਉੱਥੋਂ ਕਿਰਾਏ ਪੈ ਗਏ। ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰਦੇ ਰਹੀਏ, ਗੁਰਸ਼ਬਦ ਦੀ ਕਮਾਈ ਕਰੀਏ, ਅਸੀਂ ਵੀ ਗੁਰਮਾਰਗ ਤੇ ਚੱਲੀਏ। ਗੁਰ ਕੀ ਮੱਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਸਿਆਣਿਆਂ ਨੂੰ ਛੱਡ ਦਈਏ ਅਸੀਂ, ਆਪਾਂ ਗੁਰ ਕੀ ਮੱਤ ਲੈ ਕੇ ਪਾਰ ਨਿਕਲੀਏ, ਆਪਾਂ ਆਪਦੇ ਘਰ ਪਹੁੰਚੀਏ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਸਤਿਗੁਰਾਂ ਦੇ ਵਚਨ ਨੇ ਆਸਾ ਦੀ ਵਾਰ ਦੇ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ। ਆਸਾ ਦੀ ਵਾਰ ਸਤਿਗੁਰ ਸਮਝਾਉਂਦੇ ਨੇ, ਗੁਰ ਸ਼ਬਦ ਦਾ ਗਿਆਨ ਐਸਾ ਹੈ ਭਾਈ, ਮਨੁੱਖ ਕਿੰਨਾ ਵੀ ਬੁਰਾ ਹੋਵੇ, ਕਿੰਨੀਆਂ ਵੀ ਬੁਰਾਈਆਂ ਹੋਣ, ਗੁਰ ਸ਼ਬਦ ਦਾ ਗਿਆਨ ਨੂੰ ਦੇਵਤਾ ਬਣਾ ਦਿੰਦਾ। ਸਤਿਗੁਰ ਕੀ ਸਮਝਾਉਂਦੇ ਨੇ, ਗੁਰਮੁਖ ਜਪਿਓ ਹਰ ਕਾ ਨਾਮ। ਇਹ ਗੁਰਮੁਖਾਂ ਦਾ ਨਾਮ ਹੈ, ਭਗਤ ਜਨਾਂ ਦੀ ਬਾਣੀ ਹੈ, ਸੰਤ ਜਨਾਂ ਦੀ ਬਾਣੀ ਹੈ, ਤੇ ਆਪਾਂ ਚੱਲਣਾ ਵਾ। ਜਪਿਓ ਭਾਵ ਸਮਝਣਾ ਵਾ, ਹਰ ਨੂੰ ਆਪਦੇ ਮੂਲ ਨੂੰ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ। ਸਤਿਗੁਰ ਸਮਝਾਉਂਦੇ ਆ ਭਾਈ ਪੰਚਮ ਪਾਤਸ਼ਾਹ,
ਚਿੰਤਾ ਘਟ ਜਾਂਦੀ ਹੈ। ਚਿੰਤਾ ਕਦੋਂ ਘਟਦੀ ਹੈ? ਜਦੋਂ ਸੱਚ ਦਾ ਗਿਆਨ ਹੋ ਜਾਂਦਾ ਵਾ। ਚਿੰਤਾ ਜਾਏ ਮਿਟੇ ਹੰਕਾਰ, ਖਤਮ ਹੋ ਜਾਂਦੀ ਹੈ ਚਿੰਤਾ ਹੰਕਾਰ। ਸਾਡਾ ਆਤਮਾ ਪ੍ਰਾਤਮਾ 'ਚ ਲੈਅ ਹੋ ਜਾਂਦੀ ਹੈ। ਕਿਵੇਂ? ਜਨਮ ਜਨਮ ਕਾ ਸੋਇਆ ਜਾਗਾ। ਆਤਮਾ ਸਾਡੀ ਜਾਗ ਜਾਂਦੀ ਹੈ। ਬਾਣੀ ਸਾਨੂੰ ਜਗਾਉਂਦੀ ਹੈ। ਬਾਣੀ ਮਨ ਨੂੰ ਵਸ ਕਰਨ ਦੀ ਵਿਧੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਿਹਨਾਂ ਦੀ ਆਤਮਾ ਜਾਗ ਗਈ, ਜਿਹਨਾਂ ਦਾ ਅੰਮ੍ਰਿਤ ਵੇਲਾ ਹੋ ਗਿਆ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਂਦਾ। ਉਹ ਕੁਦਰਤ ਦਾ ਜਸ ਕਰਦੇ ਨੇ, ਆਪਦੇ ਮੂਲ ਹਰ ਦਾ ਜਸ ਕਰਦੇ ਨੇ। ਉਹੀ ਸਤਿਗੁਰ ਸਮਝਾ ਰਹੇ ਨੇ। ਅੱਗੇ ਕੀ ਸਮਝਾਉਂਦੇ ਸਤਿਗੁਰ? ਕਰ ਕਿਰਪਾ ਆਪਣੀ ਸੇਵਾ ਲਾਈ, ਸਾਧੂ ਸੰਗ ਸਰਬ ਸੁਖ ਪਾਏ। ਫਿਰ ਭਾਈ ਸੇਵਾ ਸ਼ੁਰੂ ਹੁੰਦੀ ਹੈ ਜਦੋਂ ਆਤਮਾ ਜਾਗ ਜਾਂਦੀ ਹੈ। ਉਹੀ ਗੁਰਸਿੱਖ ਨੇ ਭਾਈ, ਜਿਹੜੇ ਗੁਰੂ ਭਗਤਾਂ ਦਰਸਾਏ ਰਾਹ ਤੇ ਚੱਲਦੇ। ਨਦੀਆਂ ਪਵਹਿ ਸਮੁੰਦਰਾਂ ਜਾਣੀਏ, ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ। ਇੱਕ ਦਿਨ ਸਮੁੰਦਰ 'ਚ ਲੈਅ ਹੋ ਜਾਂਦੇ ਨੇ, ਸਮੁੰਦਰ ਦਾ ਹੀ ਰੂਪ ਬਣ ਜਾਂਦੇ ਨੇ। ਉਹ ਗੁਰਸਿੱਖ ਵੀ ਗੁਰੂ ਰੂਪ ਹੀ ਹੋ ਜਾਂਦੇ ਨੇ। ਫਿਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਉਹੀ ਸਾਧ ਸੰਗਤ ਹੈ ਭਾਈ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਰਹਿ ਸਤਿਗੁਰਾਂ ਦੇ ਵਚਨ ਨੇ, ਕਰੋ ਬਨੰਤੀ ਸੁਣੋ ਮੇਰੀ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਵਸਨ ਸਹੇਲਾ। ਹਰ ਲਾਹਾ ਭਾਈ, ਹਰ ਕਥਾ ਹੈ ਬਾਣੀ, ਜਿਹੜੇ ਨੂੰ ਸੁਣਨਗੇ ਅਮਰ ਹੋ ਜਾਣਗੇ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਜਿਹੜੇ ਸੁਣਨਗੇ, ਨਾਮ ਬਾਰੇ ਸਮਝਣਗੇ, ਦੁੱਖ ਤਾਂ ਨੇੜੇ ਨਹੀਂ ਰਹਿਣਾ। ਸੁਣੀਏ ਦੁੱਖ ਪਾਪ ਕਾ ਨਾਸ਼, ਜਪਜੀ ਸਾਹਿਬ ਸਤਿਗੁਰ ਸਮਝਾਉਂਦੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੇ, ਨਾਮ ਔਖਦ ਮਨ ਭੀਤਰ ਸਾਰੇ। ਕਹਿੰਦੇ ਵੀ ਆਪਾਂ ਸਰਬ ਰੋਗ ਕਾ ਔਖਦ ਨਾਮ ਪਰ ਪ੍ਰਾਪਤੀ ਨਹੀਂ ਕਰਦੇ ਹੈਗੇ। ਗੱਲੀ ਭੈਣੇ ਮੈਂ ਸੁਹਾਗਣ, ਗੱਲਾਂ ਨੇ ਨਹੀਂ ਮਿਲਦਾ ਭਾਈ। ਗਿਆਨ ਨਾ ਗੱਲੀ ਢੂੰਡੀਏ ਨਾਨਕ, ਕਥਨਾ ਕਰੜਾ ਸਾਰ। ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ ਭਾਈ, ਕੁਦਰਤ ਦੀ ਕਿਰਪਾ ਰਹਿਮਤ ਲੈਣੀ ਆ, ਫਿਰ ਸਾਡਾ ਸੰਸਾਰ ਤੇ ਆਉਣਾ, ਸਫਲ ਹੋਣਾ। ਉਹੀ ਸਤਿਗੁਰੂ ਸਮਝਾਉਂਦੇ ਨੇ। ਰੋਗ ਜਿਹੜੇ 84 ਲੱਖ ਜੂਨੀ, ਜਿਹੜੇ ਮਨ ਨੂੰ ਰੋਗ ਦੋਖ ਗੁਰ ਸ਼ਬਦ ਨਿਵਾਰੇ, ਗੁਰ ਸ਼ਬਦ ਦਾ ਗਿਆਨ ਖਤਮ ਕਰ ਦਿੰਦਾ ਵਾ। ਔਰ ਨਾਮ ਔਖਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅੰਤਰਾਤਮਾ ਸਾਡੀ ਨਾਮ ਦੀ ਭਗਤੀ ਸ਼ੁਰੂ ਹੋ ਜਾਂਦੀ ਹੈ। ਫਿਰ ਨਾਮ ਦਾ ਦਰਸ਼ਨ ਹੁੰਦਾ। ਉਹ ਤੀਜਾ ਪਦਾਰਥ ਹੈ। ਚੌਥਾ ਸਾਡਾ ਜਨਮ ਹੋ ਜਾਂਦਾ ਵਾ। ਸਤਿਗੁਰ ਕੀ ਸਮਝਾਉਂਦੇ ਆ? ਗੁਰ ਭੇਟਤ ਮਨ ਪਿਆ ਆਨੰਦ, ਸਰਬ ਨਿਧਾਨ ਨਾਮ ਭਗਵੰਤ। ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਕੁਦਰਤ ਦਾ ਹੀ ਦਰਸ਼ਨ ਹੁੰਦਾ ਹੈ ਸਾਰਿਆਂ 'ਚ। ਉਹ ਗੁਰਸਿੱਖ ਕੁਦਰਤ ਨੂੰ ਹੀ ਦੇਖਦੇ, ਉਹ ਹੁਕਮ ਨੂੰ ਦੇਖਦੇ ਨੇ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੀ ਨਾ। ਉਹਦੀ ਹਉਮੈ ਖਤਮ ਹੋ ਜਾਂਦੀ ਹੈ ਭਾਈ। ਜਿਹੜੇ ਗੁਰਸ਼ਬਦ ਦਾ ਗਿਆਨ ਲਾ ਕੇ ਉਹਦੇ ਚਰਨਾਂ 'ਚ ਚਲੇ ਜਾਂਦੇ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਖੇਤੀ ਛੋਟੀ ਨਾਲ ਕਿੰਨੀ ਉਹਨਾਂ ਦੇ ਨਾਲ ਹੋਰ ਨਿਕਲ ਜਾਂਦੇ ਆ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਜਨਮ ਮਰਨ ਕੀ ਮਿਟੀ ਜਮ ਤਰਾਸ, ਸਾਧ ਸੰਗਤ ਊਦ ਕਮਲ ਵਿਗਾਸ। ਮਨ ਰੂਪੀ ਭਾਂਡਾ ਜਿਹੜਾ ਪੁੱਠਾ ਸੀ, ਸੰਸਾਰ ਨਾਲ ਮਾਇਆ ਨਾਲ ਜੁੜਿਆ, ਸਿੱਧਾ ਹੋ ਜਾਂਦਾ। ਉਲਟਿਓ ਕਮਲ ਬ੍ਰਹਮ ਵਿਚਾਰ। ਸਤਿਗੁਰਾਂ ਦੇ ਵਚਨ ਨੇ ਭਾਈ ਬਾਣੀ ਵਿੱਚ। ਗੁਰ ਸ਼ਬਦ ਦੇ ਗਿਆਨ ਨਾਲ, ਬ੍ਰਹਮ ਵਿਚਾਰ ਨਾਲ ਆਤਮਾ ਪ੍ਰਾਤਮਾ 'ਚ ਲੈਅ ਹੋ ਜਾਂਦੀ ਹੈ, ਬ੍ਰਹਮ ਲੀਨ ਹੋ ਜਾਂਦੀ ਹੈ। ਬ੍ਰਹਮ ਲੀਨ ਹੁਣ ਤਾਂ ਆਪਾਂ ਆਏ ਹਾਂ ਭਾਈ, ਪਰ ਅਸੀਂ ਤਾਂ ਗੱਲਾਂ ਨੇ ਸਾਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠੇ ਹਾਂ। ਉਹ ਸਰੀਰ ਕਰਕੇ ਭਗਤੀਆਂ ਨੇ ਭਾਈ ਸਾਰੀ, ਹਟ ਯੋਗ ਤਪ ਯੋਗ, ਉਹ 'ਚੋਂ ਹੰਕਾਰ ਹੀ ਪੈਦਾ ਹੁੰਦਾ। ਅਨਕ ਤਪੱਸਿਆ ਕਰੇ ਹੰਕਾਰ, ਕੁਛ ਨਹੀਂ ਪ੍ਰਾਪਤੀ ਹੁੰਦੀ। ਜਾਨੂੰ ਕਾਲ ਆ ਜਾਂਦਾ। ਰਾਜਾ ਪ੍ਰਜਾ ਸਮਕਰ ਮਾਰੀ, ਐਸੋ ਕਾਲ ਬਡਾਨੀ ਰੇ। ਕਿੱਡੀ ਵੀ ਸੰਸਾਰ ਸਾਡੀ ਵਡਿਆਈ, ਸੰਸਾਰ ਸਾਨੂੰ ਮੰਨਦਾ ਹੋਵੇ, ਕਾਲ ਚਪੇੜ ਬਰੋਬਰ ਹੀ ਮਾਰਦਾ। ਦੇਖਦੇ ਹੀ ਆਪਾਂ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ, ਪਰ ਸੱਚ ਦੇ ਗਿਆਨ ਤੋਂ ਬਿਨਾਂ ਅਸੀਂ ਇਹ ਜਾਲ 'ਚੋਂ ਨਿਕਲ ਨਹੀਂ ਸਕਦੇ। ਉਹੀ ਤਾਂ ਆਪਾਂ ਲੈਣਾ ਭਾਈ। ਜੰਮਣ ਮਰਨ ਖਤਮ ਹੋ ਜਾਂਦਾ। ਦਰਸ਼ਨ ਗੁਰਸ਼ਬਦ ਤੋਂ ਬਾਅਦ, ਗਿਆਨ ਤੋਂ ਬਾਅਦ ਆਤਮਾ ਪ੍ਰਾਤਮਾ ਦੇ ਦਰਸ਼ਨ ਕਰ ਲੈਂਦੀ ਹੈ। ਫਿਰ ਭਗਤੀ ਨਾਮ ਦੀ ਸ਼ੁਰੂ ਹੁੰਦੀ ਹੈ। ਫਿਰ ਗੁਰੂ ਦਾ ਦਰਸ਼ਨ ਹੁੰਦਾ, ਜਿਹੜਾ ਗੁਰੂ ਦਾ ਸ਼ਬਦ, ਗੁਰੂ ਦਾ ਰੌਲਾ ਪਾਉਂਦੇ ਆ ਲੋਕ। ਗਿਆਨ ਗੁਰੂ ਦਾ, ਗਿਆਨ ਤਾਂ ਸਾਨੂੰ ਹੋਇਆ ਹੀ ਨਹੀਂ ਭਾਈ। ਕਿਵੇਂ ਸਮਝ ਆ ਜੂ ਕੌਣ ਗੁਰੂ, ਗਿਆਨ ਗੁਰੂ ਕੀ ਹੁੰਦਾ, ਸ਼ਬਦ ਗੁਰੂ ਕੀ ਹੁੰਦਾ। ਗੱਲਾਂ ਨਾਲ ਅਸੀਂ ਉਹਦੀ ਜੱਜਮੈਂਟ ਲਾਈ ਜਾਂਦੇ ਹਾਂ। ਨਹੀਂ ਭਾਈ, ਪ੍ਰੈਕਟੀਕਲੀ ਪ੍ਰਾਪਤੀ ਕਰਨੀ ਹੈ। ਸਰਜਾਮ ਲਾਗ ਭਵ ਜਲ ਤਰਨ ਕੇ, ਜੀਵ ਜੇ ਤਾਂ ਤਰਨਾ, ਇਹਦੀ ਤਿਆਰੀ ਕਰ ਭਾਈ। ਫਿਰ ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਗੁਣ ਗਾਵਤ
ਨਿਹਚਲ ਵਿਸਰਾਮ ਪੂਰਨ ਹੋਏ ਸਗਲੇ ਕਾਮ। ਸਤਿਗੁਰ ਸਮਝਾਉਂਦੇ ਨੇ ਭਾਈ, ਜਦੋਂ ਗੁਰਸਿੱਖ ਸ਼ਬਦ ਦੀ ਪ੍ਰਾਪਤੀ ਕਰਕੇ ਉਹ ਕੁਦਰਤ ਦੇ ਗੁਣ ਗਾਉਂਦੇ ਆ, ਵਿਸ਼ਰਾਮ ਤੋਂ ਬਾਬਾ ਦੇ ਘਰ ਪਹੁੰਚ ਜਾਂਦੇ। ਨਿਹਚਲ ਆਸਣ ਹੈ ਉਹ, ਮਨ ਦਾ ਆਸਣ ਲਾਉਣਾ ਸੀਗਾ, ਅਸੀਂ ਸਰੀਰ ਦੇ ਆਸਣ ਲਾਏ ਗਏ, ਸਰੀਰ ਦੀਆਂ ਭਗਤੀਆਂ ਕਰੀ ਗਏ। ਪੂਰਨ ਹੋਏ ਸਗਲੇ ਕੰਮ, ਸੰਸਾਰ 'ਚੋਂ ਗੁਰਸਿੱਖ ਦਾ ਕੋਈ ਕੰਮ ਨਹੀਂ ਰਹਿੰਦਾ। ਧਨ ਧਨ ਜਨ ਆਇਆ ਜੈ ਪ੍ਰਸਾਦ ਸਭ ਜਗਤ ਤਰਾਇਆ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਉਹ ਜਨ ਜਾਣਕਾਰ ਜਿਹੜੇ ਜਾਣ ਲੈਂਦੇ ਨੇ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਂਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਦੁਰਲਭ ਦੇ ਆਈ ਪ੍ਰਵਾਨ ਸਫਲ ਹੋਈ ਜਪ ਹਰ ਹਰ ਨਾਮ। ਦੇਖੋ ਸਤਿਗੁਰਾਂ ਨੇ ਫਿਰ ਸਮਝਾਇਆ ਆਪਾਂ ਨੂੰ, ਸਾਡਾ ਸੰਸਾਰ ਤੇ ਆਉਣਾ ਫਿਰ ਹੀ ਸਫਲ ਹੋ ਭਾਈ। ਹਰ ਦਾ ਗਿਆਨ ਲੈਣਾ, ਅਸੀਂ ਬਾਣੀ ਹਰ ਕਥਾ ਹੈ, ਇਹਨੂੰ ਸਮਝਦੇ ਰਹਿਣਾ, ਇਹੀ ਜਪ ਹੈ। ਫਿਰ ਗਿਆਨ ਤੋਂ ਬਾਅਦ ਮਨ ਨੂੰ ਘੂਰ ਕੇ ਰੱਖਣਾ, ਇਹ ਤਪ ਹੈ। ਇਹ ਸਾਰੇ ਸਤਿਗੁਰ ਸਮਝਾ ਰਹੇ ਨੇ ਆਪਾਂ ਨੂੰ। ਇਹ ਨਿਰਾਕਾਰ ਦੁਨੀਆ ਦਾ ਗਿਆਨ ਦੇ ਰਹੇ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਇਹਦੇ ਨਾਲ ਆਪਾਂ ਨੂੰ ਤਿੰਨ ਲੋਕਾਂ ਦਾ ਜਿਹੜਾ ਗਿਆਨ ਹੋਣਾ, ਮਾਇਆ ਪਾਰ ਕਰਨੀ ਹੈ। ਸੱਚ ਦੇ ਗਿਆਨ ਤੋਂ ਬਿਨਾਂ ਆਪਾਂ ਕਿਵੇਂ ਪਾਰ ਕਰਾਂਗੇ? ਕਿ ਸਤਿਗੁਰ ਕੀ ਸਮਝਾਉਂਦੇ ਨੇ? ਦੁਰਲਭ ਦੇ ਆਈ ਪ੍ਰਵਾਨ ਸਫਲ ਹੋਈ ਜਪ ਹਰ ਹਰ ਨਾਮ। ਇਹ ਦੇਹੀ ਪ੍ਰਵਾਨ ਹੋਈ ਜਿਨ ਸਤਿਗੁਰ ਸਿਉ ਚਿੱਤ ਲਾਇਆ। ਸਤਿਗੁਰ ਸਮਝਾਉਂਦੇ, ਜਿਹੜੇ ਸਤਿਗੁਰ ਦਾ ਗਿਆਨ ਲੈ ਲੈਂਦੇ ਨੇ ਸੱਚ ਦਾ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਂਦਾ। ਫਿਰ ਆਹ ਜਿਹੜਾ ਰੋਗ ਦੇਹੀ ਦੁਖਦਾਰੂ ਸੁਖ ਰੋਗ ਪਿਆ, ਫਿਰ ਇਹ ਧਾਰਨ ਦੀ ਲੋੜ ਨਹੀਂ ਪੈਂਦੀ। ਆਤਮਾ ਪ੍ਰਾਤਮਾ 'ਚ ਲੈ ਹੋ ਕੇ ਆਪਦੇ ਸੱਚਖੰਡ ਘਰੇ ਚਲੀ ਜਾਂਦੀ ਹੈ। ਸਤਿਗੁਰ ਕੀ ਸਮਝਾਉਂਦੇ ਨੇ? ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਂਸ ਗਿਰਾਸ ਜਪੋ ਹਰ ਹਰੀ। ਸਤਿਗੁਰ ਸਮਝਾਉਂਦੇ ਆ ਭਾਈ, ਇਹ ਕਿਰਪਾ ਲੈਣੀ ਹੈ। ਕਿਰਪਾ ਕਰੀ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਇਹ ਕਿਰਪਾ ਰਹਿਮਤ ਲੈਣੀ ਆ ਕੁਦਰਤ ਦੀ। ਇਹੀ ਤਾਂ ਬੇਨਤੀ ਕਰਨੀ ਆ, ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਏ ਉਤਰੇ ਮਨ ਕੀ ਭੁੱਖ। ਭਗਤ ਜੀ ਵੀ ਇਹੀ ਸਮਝਾਉਂਦੇ ਨੇ ਭਾਈ, ਇਹ ਹਨੇਰੇ ਦੀ ਕੋਠੜੀ ਹੈ, ਨਾਮ ਤੋਂ ਬਿਨਾਂ ਸਾਡਾ ਜਿਹੜਾ ਦੁੱਖਾਂ ਦਾ ਛੁਟਕਾਰਾ ਨਹੀਂ ਹੋਣਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। 25ਵੇਂ ਸ਼ਲੋਕ ਭਗਤ ਕਬੀਰ ਜੀ ਨੇ ਆਪਾਂ ਨੂੰ ਕੀ ਸਮਝਾਇਆ? ਕਬੀਰ ਜਗ ਕਾ ਜਰ ਕੀ ਕੋਠੜੀ ਅੰਤ ਪਰੇ ਤਿਸ ਮਾਇਆ। ਅੰਨੇ ਅਸੀਂ ਸਾਰੇ ਪਰ ਸਿਆਣੇ ਮੰਨਦੇ ਹਾਂ। ਮਨ ਅੰਧਾ ਨਾਉ ਸੁਜਾਨ, ਸਿਆਣਾ ਨਾਉ ਰੱਖ ਲਿਆ, ਮਨ ਅੰਨਾ ਦੀਂਦਾ ਕੁਛ ਨਹੀਂ ਹੈਗਾ। ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ। ਸਤਿਗੁਰ ਸਮਝਾਉਂਦੇ ਨੇ ਭਾਈ ਭਗਤ ਕਬੀਰ ਜੀ, ਮੈਂ ਉਹਨਾਂ ਗੁਰਸਿੱਖਾਂ ਸੰਗਤ ਤੋਂ ਬਲਿਹਾਰੀ ਜਾਣਾ ਜਿਹੜੇ ਨੀਵੇਂ ਹੋ ਕੇ ਨਿਕਲ ਜਾਂਦੇ ਨੇ। ਸਤਿਗੁਰਾਂ ਦੇ ਵਚਨ ਆਪਾਂ ਲੈ ਲੈਣੇ, ਹੋਈ ਨਿਮਾਣਾ ਜਗ ਰਹੇ ਤਾਂ ਦਰਗੇ ਮਾਣ ਨਿਮਾਣਾ ਪਾਵੇ। ਆਓ ਸਾਰੇ ਮਿਲ ਕੇ ਆਪਾਂ ਭਗਤ ਕਬੀਰ ਦੇ ਸਲੋਕ ਨੂੰ ਵਿਚਾਰਿਆ ਵਾ, ਅਤੇ ਸਤਿਗੁਰਾਂ ਦੇ ਵਚਨ ਵੀ ਲਏ ਆ। ਆਪਾਂ ਵੀ ਸੰਸਾਰ ਦੇ ਵਿੱਚ ਇਹ ਕਮਾਈ ਕਰੀਏ ਗੁਰਸ਼ਬਦ ਦੀ, ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।